ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਕਿਹੜੇ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਪੱਕੇ ਤੌਰ ਦੇ ਉੱਤੇ, ਜਿਸ ਦੇ ਨਾਲ ਹਜ਼ਾਰਾਂ ਪ੍ਰਵਾਸੀ ਲੈ ਸਕਣਗੇ ਪੀਆਰ, ਦਵਾਂਗੇ ਜਾਣਕਾਰੀ। ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਨਵੀਆਂ ਹਦਾਇਤਾਂ ਕਰਕੇ ਪ੍ਰਭਾਵਿਤ ਹੋ ਰਹੇ ਰੈਸਟੋਰੈਂਟਸ ਦੀ ਮਦਦ ਦੇ ਲਈ ਅੱਗੇ ਕੀ ਐਲਾਨ ਦਵਾਂਗੇ, ਇਸ ਦੇ ਬਾਰੇ ਵੀ ਜਾਣਕਾਰੀ। ਕੈਨੇਡਾ ਦੇ ਵਾਤਾਵਰਣ ਵਿਭਾਗ ਨੇ ਮੰਗਲਵਾਰ ਦੀ ਰਾਤ ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਰਫੀਲੇ ਤੂਫਾਨ ਦੀ ਚੇਤਾਵਨੀ ਦਿੱਤੀ। ਦੱਸਾਂਗੇ ਕਿਹੜੇ ਖੇਤਰਾਂ ਦੇ ਲਈ ਮੁੱਖ ਤੌਰ ਤੇ ਚੇਤਾਵਨੀ ਲਾਗੂ। ਕੈਨੇਡਾ ਦੇ ਸਿਹਤ ਵਿਭਾਗ ਨੇ ਖੰਘ ਤੇ ਜ਼ੁਕਾਮ ਤੋਂ ਲਈਆਂ ਜਾਣ ਵਾਲੀਆਂ ਕਿਹੜੀਆਂ ਦਵਾਈਆਂ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਈਆਂ ਨੇ, ਜਿਨ੍ਹਾਂ ਨੂੰ ਖਾਣ ਦੇ ਨਾਲ ਲਿਵਰ ਵੀ ਖਰਾਬ ਹੋ ਸਕਦਾ ਹੈ। ਖਬਰਾਂ ਵਿੱਚ ਦੱਸਾਂਗੇ। ਕੈਨੇਡਾ ਸਰਕਾਰ ਨੇ ਦੇਸ਼ ਵਾਸੀਆਂ ਨੂੰ ਵਿੱਤੀ ਮਦਦ ਦੇ ਲਈ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ, ਦਵਾਂਗੇ ਉਸ ਦੇ ਬਾਰੇ ਵੀ ਜਾਣਕਾਰੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਜ਼ਾਰਾਂ ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਏ। ਦੱਸਾਂਗੇ ਸਿਹਤ ਅਧਿਕਾਰੀਆਂ ਨੇ ਕੀ ਦਿੱਤੀ ਜਾਣਕਾਰੀ। ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਜੋ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਤਾਜ਼ਾ ਐਲਾਨ ਕੀਤਾ ਉਸ ਦੇ ਬਾਰੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਐਲਾਨ ਕੀਤਾ ਹੈ ਕਿ ਇਮੀਗ੍ਰੇਸ਼ਨ ਨਾਲ ਸੰਬੰਧਿਤ ਇੱਕ ਪਾਇਲਟ ਪ੍ਰੋਗਰਾਮ ਜੋ ਕਿ ਐਟਲਾਂਟਿਕ ਕੈਨੇਡਾ ਦੇ ਵਿੱਚ ਚਲਾਇਆ ਜਾ ਰਿਹਾ ਸੀ, ਉਸ ਨੂੰ ਹੁਣ ਪੱਕੇ ਤੌਰ ਦੇ ਉੱਤੇ ਲਾਗੂ ਕਰ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਦੇ ਰਾਹੀਂ 4500 ਪ੍ਰਵਾਸੀ ਜਿਨ੍ਹਾਂ ਨੂੰ ਕੰਮ ਕਰਨ ਦਾ ਤੇ ਨਾਲ ਹੀ ਰਹਿਣ ਦਾ ਨੋਵਾ ਸਕੋਸ਼ੀਆ ਦੇ ਵਿੱਚ ਮੌਕਾ ਮਿਲਿਆ ਉਦੋਂ ਤੋਂ, ਜਦੋਂ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ, ਜਿਸ ਤੋਂ ਬਾਅਦ ਉਹਨਾਂ ਨੂੰ ਪੀਆਰ ਦਾ ਵੀ ਮੌਕਾ ਮਿਲਦਾ ਹੈ। ਇਸ ਪ੍ਰੋਗਰਾਮ ਦੇ ਵਿੱਚ ਇਹ ਹੋਵੇਗਾ ਕਿ ਹਰ ਸਾਲ 6000 ਜਣੇ ਪੱਕੇ ਹੋ ਸਕਣਗੇ ਤੇ ਕੈਨੇਡਾ ਦੇ ਵਿੱਚ ਰਹਿ ਸਕਣਗੇ ਤੇ ਕੰਮ ਕਰ ਸਕਣਗੇ। ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਇਸ ਦੇ ਬਾਰੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਸੀ। ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੈ ਇਹ, ਜਿਸ ਨੂੰ ਕਿ ਸਾਲ 2017 ਵਿੱਚ ਲਾਂਚ ਕੀਤਾ ਗਿਆ ਸੀ। ਇਸ ਦੇ ਰਾਹੀਂ ਐਟਲਾਂਟਿਕ ਕੈਨੇਡਾ ਦੇ ਵਿੱਚ ਜਿੰਨੇ ਵੀ EMPLOYER ਨੇ, ਜੇਕਰ ਉਹਨਾਂ ਨੂੰ ਕਾਮੇ ਨਹੀਂ ਮਿਲਦੇ ਤਾਂ ਉਹਨਾਂ ਨੂੰ ਮੌਕਾ ਮਿਲਦਾ ਹੈ ਕਿ ਉਹ ਕਾਮਿਆਂ ਨੂੰ ਬੁਲਾ ਸਕਦੇ ਨੇ ਤੇ ਉਹ ਕਾਮੇ ਉੱਥੇ ਰਹਿ ਕੇ ਕੰਮ ਕਰ ਸਕਦੇ ਨੇ, ਜਿਸ ਦੇ ਨਾਲ ਕਾਮਿਆਂ ਦੀ ਕਮੀ ਦੇ ਨਾਲ ਵੀ ਜੂਝਿਆ ਜਾ ਸਕਦਾ ਹੈ ਤੇ ਨਾਲ ਹੀ ਵੱਖੋ ਵੱਖਰੇ ਅਦਾਰਿਆਂ ਦੇ ਵਿੱਚ ਹੋਰ ਜ਼ਿਆਦਾ ਆਬਾਦੀ ਤੇ ਨਾਲ ਹੀ ਕਾਮਿਆਂ ਦੀ ਜੋ ਲੋੜ ਹੈ ਉਸ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜੋ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਇਸ ਦੇ ਵਿੱਚ ਨਵੀਆਂ ਸੀਟਾਂ ਖੁੱਲ ਜਾਣਗੀਆਂ ਜਨਵਰੀ 1, 2022 ਤੋਂ ਤੇ ਹਰ ਸਾਲ ਇਹ ਪ੍ਰੋਗਰਾਮ ਕੁਝ ਇਸੇ ਤਰ੍ਹਾਂ ਚੱਲੇਗਾ, ਜਿਸ ਦੇ ਬਾਰੇ ਇਮੀਗ੍ਰੇਸ਼ਨ ਮੰਤਰੀ ਨੇ ਜਾਣਕਾਰੀ ਦਿੱਤੀ। ਅੱਗੇ ਜਾਣਕਾਰੀ ਜੋ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਰੈਸਟੋਰੈਂਟਸ ਦੇ ਵਾਸਤੇ ਐਲਾਨ ਕੀਤਾ ਹੈ ਉਸ ਦੇ ਬਾਰੇ ਦੱਸਾਂਗੇ। ਫੂਡ ਡਿਲੀਵਰ ਕਰਨ ਵਾਲੀਆਂ ਜਿੰਨੀਆਂ ਵੀ ਕੰਪਨੀਆਂ ਨੇ ਉਹਨਾਂ ਦੇ ਵੱਲੋਂ ਜੋ ਇਸ ਕੰਮ ਕੀਤਾ ਜਾ ਰਿਹਾ ਹੈ, ਕਿਉਂਕਿ ਕੋਵਿਡ-19 ਦੇ ਦੌਰਾਨ ਜ਼ਿਆਦਾਤਰ ਲੋਕਾਂ ਦੇ ਵੱਲੋਂ ਘਰ ਵਿੱਚ ਹੀ ਭੋਜਨ ਮੰਗਵਾਇਆ ਜਾਂਦਾ ਹੈ, ਤਾਂ ਉਸ ਦੇ ਉੱਤੇ ਕੋਵਿਡ-19 ਦੇ ਦੌਰਾਨ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਇੱਕ ਸੀਮਤ ਸੀਮਾ ਲਗਾ ਦਿੱਤੀ ਗਈ ਸੀ ਕਿ ਰੈਸਟੋਰੈਂਟਸ ਦੇ ਬਾਹਰ ਨੇ ਜੋ ਜਿਨ੍ਹਾਂ ਤੋਂ ਭੋਜਨ ਉਹਨਾਂ ਕੰਪਨੀਆਂ ਦੇ ਵੱਲੋਂ ਚੁੱਕਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਅੱਗੇ ਡਿਲੀਵਰ ਕੀਤਾ ਜਾਂਦਾ ਹੈ, ਤਾਂ ਉਸ ਦੇ ਉੱਤੇ ਜਿਹੜੀ ਫੀਸ ਹੈ ਉਸ ਨੂੰ ਸੀਮਤ ਕਰ ਦਿੱਤਾ ਗਿਆ ਸੀ ਤੇ ਇਸ ਨੂੰ ਹੁਣ ਅੱਗੇ ਹੋਰ ਵਧਾ ਦਿੱਤਾ ਗਿਆ ਹੈ, ਜਿਸ ਦੇ ਉੱਤੇ ਦੱਸਿਆ ਗਿਆ ਹੈ ਕਿ ਪਹਿਲਾਂ ਤਾਂ 31 ਦਸੰਬਰ 2021 ਤੱਕ ਇਸ ਦੀ ਸਮਾਂ ਮਿਆਦ ਸੀ, ਜੋ ਕਿ ਦਸੰਬਰ 31 ਦੀ ਅੱਧੀ ਰਾਤ ਨੂੰ ਖਤਮ ਹੋ ਜਾਣੀ ਸੀ। ਪਰ ਹੁਣ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕਰ ਦਿੱਤਾ ਹੈ ਕਿ 31 ਦਸੰਬਰ 2022 ਤੱਕ ਅਜਿਹਾ ਹੋਵੇਗਾ ਕਿ ਜਿਹੜੀਆਂ ਫੂਡ ਡਿਲੀਵਰੀ ਦੀਆਂ ਐਪਲੀਕੇਸ਼ਨ ਦੇ ਰਾਹੀਂ ਕੰਮ ਕੀਤਾ ਜਾਂਦਾ ਹੈ ਤੇ ਫੂਡ ਡਿਲੀਵਰੀ ਕੰਪਨੀਆਂ ਕੰਮ ਕਰਦੀਆਂ ਨੇ, ਉਹਨਾਂ ਦੇ ਵੱਲੋਂ ਰੈਸਟੋਰੈਂਟਸ ਦੀ ਜੋ ਫੀਸ ਹੈ ਉਸ ਨੂੰ ਉਸੇ ਤਰ੍ਹਾਂ ਸੀਮਤ ਰੱਖਿਆ ਜਾਵੇਗਾ ਤਾਂ ਕਿ ਰੈਸਟੋਰੈਂਟਸ ਨੂੰ ਇਸ ਸਮੇਂ ਫਾਇਦਾ ਹੋ ਸਕੇ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਉਹਨਾਂ ਤੋਂ ਸਿੱਧਾ ਫੂਡ ਡਿਲੀਵਰ ਕਰਾ ਸਕਣ ਘੱਟ ਪੈਸਿਆਂ ਦੇ ਉੱਤੇ ਵੀ। ਸਾਨੂੰ ਪਤਾ ਵੀ ਇਹ ਜਿਹੜੇ ਪੈਂਡੈਮਿਕ ਦੇ ਨਾਲ ਜਿਹੜੇ ਕੇਸਿਸ ਇਨਕਰੀਜ਼ ਹੋ ਰਹੇ ਉਹਦੇ ਨਾਲ ਬਹੁਤ ਪ੍ਰੈਸ਼ਰ ਪੈ ਰਿਹਾ ਸਾਡੇ ਰੈਸਟੋਰੈਂਟਸ ਨਾਲ, ਬਿਕਾਜ਼ ਸਮ ਪੀਪਲ ਕੰਫਰਟੇਬਲ ਨਹੀਂ ਫੀਲ ਕਰਦੇ ਰੈਸਟੋਰੈਂਟ ਨੂੰ ਜਾਣ ਲਈ ਤੇ ਮੋਰ ਹੁਣ ਆਪਣਾ ਫੂਡ ਡਿਲੀਵਰੀ ਐਪਸ ਯੂਜ਼ ਕਰਕੇ ਆਪਣਾ ਫੂਡ ਡਿਲੀਵਰ ਕਰ ਰਹੇ ਆ। ਸੋ ਅੱਜ ਅਸੀਂ ਜਿਹੜੇ ਫੂਡ ਡਿਲੀਵਰੀ ਸਰਵਿਸ ਕੈਪ ਆ ਜਿਹੜਾ ਅਸੀਂ 20% ਤੇ ਲਾਇਆ ਸੀ ਪੈਂਡੈਮਿਕ ਵਿੱਚ, ਅਸੀਂ ਹੁਣ ਐਕਸਟੈਂਡ ਕਰ ਰਹੇ ਹਾਂ ਇੱਕ ਪੂਰੇ ਸਾਲ ਲਈ, ਸੋ ਦੈਟ ਜਿਹੜੇ ਸਾਡੇ ਰੈਸਟੋਰੈਂਟਸ ਆ ਉਹਨਾਂ ਨੂੰ ਜ਼ਿਆਦਾ ਸਪੋਰਟ ਹੋਊਗਾ, ਸੋ ਦੈਟ ਉਹ ਆਪਣੇ ਬਿਜ਼ਨਸ ਨੂੰ ਇਹ ਚੈਲੰਜਿੰਗ ਟਾਈਮ ਵਿੱਚ ਨੈਵੀਗੇਟ ਕਰ ਸਕਣ। ਵਾਤਾਵਰਣ ਵਿਭਾਗ ਨੇ ਬ੍ਰਿਟਿਸ਼ ਕੋਲੰਬੀਆ ਦੇ ਕਿਹੜੇ ਖੇਤਰਾਂ ਦੇ ਵਿੱਚ ਤੂਫਾਨ ਦੇ ਲਈ ਚੇਤਾਵਨੀ ਦਿੱਤੀ ਹੈ ਉਸ ਦੇ ਬਾਰੇ ਹੁਣ ਤੁਹਾਨੂੰ ਜਾਣਕਾਰੀ ਦੇਵਾਂਗੇ। ਬ੍ਰਿਟਿਸ਼ ਕੋਲੰਬੀਆ ਦੀ ਕਈ ਥਾਵਾਂ ਦੇ ਵਾਸਤੇ ਤੂਫਾਨ ਦੇ ਬਾਰੇ ਮੁੜ ਤੋਂ ਚੇਤਾਵਨੀ ਦਿੱਤੀ ਗਈ ਹੈ। ਕਈ ਥਾਵਾਂ ਦੇ ਉੱਤੇ ਬਰਫੀਲਾ ਤੂਫਾਨ ਆਵੇਗਾ, ਜਿਸ ਨੂੰ ਲੈ ਕੇ ਕਿਹਾ ਗਿਆ ਹੈ ਉਹ ਹਾਈਵੇਜ਼ ਜਿਹੜੇ ਕਿ ਉਹਨਾਂ ਖੇਤਰਾਂ ਨਾਲ ਸੰਬੰਧਿਤ ਨੇ ਜਿੱਥੇ ਵਾਸਤੇ ਇਹ ਚੇਤਾਵਨੀ ਦਿੱਤੀ ਗਈ ਹੈ, ਉਹਨਾਂ ਥਾਵਾਂ ਤੋਂ ਜੇਕਰ ਕੋਈ ਵੀ ਟਰੈਵਲ ਕਰ ਰਿਹਾ ਅਗਲੇ ਕੁਝ ਦਿਨ ਦੇ ਵਿੱਚ ਤਾਂ ਉਹਨਾਂ ਨੂੰ ਚੁਣੌਤੀਆਂ ਵੀ ਆ ਸਕਦੀਆਂ ਨੇ। ਇਨਵਾਇਰਨਮੈਂਟ ਕੈਨੇਡਾ ਵਿਭਾਗ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਮੰਗਲਵਾਰ ਦੀ ਰਾਤ ਤੋਂ ਤੂਫਾਨ ਸ਼ੁਰੂ ਹੋ ਸਕਦਾ ਹੈ। ਕਈ ਥਾਵਾਂ ਦੇ ਉੱਤੇ ਭਾਰੀ ਬਰਫ਼ਬਾਰੀ ਹੋ ਸਕਦੀ ਹੈ ਤੇ ਇਸ ਦੇ ਨਾਲ ਹੀ ਟਰੈਵਲ ਕਰਨ ਨੂੰ ਲੈ ਕੇ ਵੀ ਚੇਤਾਵਨੀ ਕਈ ਥਾਵਾਂ ਦੇ ਲਈ ਦਿੱਤੀ ਜਾ ਸਕਦੀ ਹੈ ਤੇ ਇਸ ਦੇ ਵਾਸਤੇ ਡਰਾਈਵਰਸ ਨੂੰ ਪਹਿਲਾਂ ਤੋਂ ਤਿਆਰ ਰਹਿਣ ਦੇ ਲਈ ਕਿਹਾ ਜਾ ਰਿਹਾ ਹੈ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਓਕਾਨਾਗਨ ਕਨੈਕਟਰ, ਕੋਕਾ ਹਿਲ ਜੋ ਕਿ ਮੀਰਟ ਤੋਂ ਲੈ ਕੇ ਕੈਮਰੂਪਸ ਦੇ ਦਰਮਿਆਨ ਦਾ ਰਾਹ ਹੈ, ਹਾਈਵੇ 3 ਜੋ ਕਿ
ਪੌਲਸਨ ਸਮਿਟ ਤੋਂ ਲੈ ਕੇ ਕੋਟਨੀ ਪਾਸ ਤੱਕ ਹੈ। ਟਰਾਂਸ ਕੈਨੇਡਾ ਹਾਈਵੇ ਈਗਲ ਪਾਸ ਤੋਂ ਲੈ ਕੇ ਰੋਜਰਸ ਪਾਸ ਤੱਕ ਇਨ੍ਹਾਂ ਥਾਵਾਂ ਦੇ ਵਾਸਤੇ ਖਾਸ ਤੌਰ ਦੇ ਉੱਤੇ ਜ਼ਿਕਰ ਕਰਦੇ ਹੋਏ ਇਨਵਾਇਰਨਮੈਂਟ ਕੈਨੇਡਾ ਵਿਭਾਗ ਨੇ ਚੇਤਾਵਨੀ ਦਿੱਤੀ ਹੈ। ਇੱਥੇ ਵੀ ਜ਼ਿਕਰਯੋਗ ਹੈ ਕਿ ਕੋਕਾ ਹਿਲ ਹਾਈਵੇ ਹੋਪ ਤੋਂ ਲੈ ਕੇ ਮੀਰਟ ਤੱਕ ਕਮਰਸ਼ੀਅਲ ਵਾਹਨਾਂ ਵਾਸਤੇ ਹੀ ਖੁੱਲ੍ਹਣ ਜਾ ਰਿਹਾ ਹੈ ਫਿਲਹਾਲ। ਇਸ ਦੇ ਨਾਲ ਹੀ ਹਾਈਵੇ 3 ਦੇ ਉੱਤੇ ਹੋਪ ਤੋਂ ਪ੍ਰਿੰਸਟਨ ਤੱਕ ਜੋ ਟਰੈਵਲ ਦੇ ਉੱਤੇ ਹਦਾਇਤਾਂ ਲੱਗੀਆਂ ਹੋਈਆਂ ਨੇ ਉਹ ਮੰਗਲਵਾਰ ਨੂੰ ਹਟ ਸਕਦੀਆਂ ਨੇ, ਯਾਨੀ ਕਿ ਕੱਲ ਤੋਂ। ਤੇ ਇਸ ਦੇ ਬਾਰੇ ਵੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ। ਬਾਕੀ ਡਰਾਈਵਰ ਜਿਹੜੇ ਵੀ ਹਾਈਵੇ ਦੇ ਉੱਤੇ ਟਰੈਵਲ ਕਰ ਰਹੇ ਹੋਣ ਉਸ ਤੋਂ ਪਹਿਲਾਂ ਡਰਾਈਵ BC ਦੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ ਸੜਕਾਂ ਦੇ ਬਾਰੇ ਜਿਨ੍ਹਾਂ ਦੇ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟਰੈਵਲ ਕੀਤਾ ਜਾ ਰਿਹਾ ਹੋਵੇ। ਕੈਨੇਡਾ ਦੇ ਸਿਹਤ ਵਿਭਾਗ ਵੱਲੋਂ ਕੁਝ ਦਵਾਈਆਂ ਨੂੰ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਉਣ ਦੇ ਲਈ ਕਿਹਾ ਗਿਆ ਤੇ ਕੈਨੇਡਾ ਵਾਸੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ। ਕੋਲਡ ਤੇ ਫਲੂ ਦੇ ਵਾਸਤੇ ਮਿਲਣ ਵਾਲੀ ਇਹ ਦਵਾਈ ਜੋ ਕਿ ਇੱਕ ਪਾਊਡਰ ਹੈ ਜਿਸ ਨੂੰ ਸਿਹਤ ਵਿਭਾਗ ਦੇ ਵੱਲੋਂ ਕੈਨੇਡਾ ਭਰ ਤੋਂ ਵਾਪਸ ਮੰਗਵਾਇਆ ਗਿਆ ਹੈ, ਜਿਸ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸੈਲਕੈਮ ਫਾਰਮਾਸਿਊਟੀਕਲਸ ਇਨਕੋਰਪੋਰੇਸ਼ਨ ਕੰਪਨੀ ਹੈ ਜਿਨ੍ਹਾਂ ਨੇ ਆਪਣੇ ਕਈ ਪ੍ਰੋਡਕਟ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਏ ਨੇ। ਜੋ ਇਹ ਪ੍ਰੋਡਕਟ ਵਾਪਸ ਮੰਗਵਾਇਆ ਗਿਆ ਉਹ ਕੋਲਡ ਤੇ ਫਲੂ ਦੇ ਨਾਲ ਸੰਬੰਧਿਤ ਇੱਕ ਪਾਊਡਰ ਹੈ ਜਿਸ ਨੂੰ ਪਾਣੀ ਵਿੱਚ ਘੋਲ ਕੇ ਲਿਆ ਜਾ ਸਕਦਾ ਹੈ, ਜਿਸ ਨੂੰ ਕਿ ਵੱਡੇ ਵੀ ਲੈ ਸਕਦੇ ਨੇ ਤੇ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚੇ ਵੀ ਲੈ ਸਕਦੇ ਨੇ। ਹੈਲਥ ਕੈਨੇਡਾ ਨੇ ਇਸ ਸੰਬੰਧੀ ਕੈਨੇਡਾ ਵਾਸੀਆਂ ਦੇ ਲਈ ਚੇਤਾਵਨੀ ਜਾਰੀ ਕੀਤੀ ਹੈ ਕਿ ਇਸ ਦੇ ਵਿੱਚ ਕਈ ਚੀਜ਼ਾਂ ਅਜਿਹੀਆਂ ਪਾਈਆਂ ਗਈਆਂ ਨੇ ਜੋ ਕਿ ਉੱਪਰ ਲੇਬਲ ਤੇ ਨਹੀਂ ਲਿਖੀਆਂ ਹੋਈਆਂ ਸਨ, ਜੋ ਕਿ ਹਾਨੀਕਾਰਕ ਵੀ ਹੋ ਸਕਦੀਆਂ ਨੇ, ਜਿਸ ਵਾਸਤੇ ਕੈਨੇਡਾ ਭਰ ਵਿੱਚ ਜਿੰਨੇ ਵੀ ਰੀਟੇਲ ਸਟੋਰ ਨੇ ਉਹਨਾਂ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਸਟੋਰਸ ਦੇ ਉੱਤੇ ਜੇਕਰ ਇਹ ਪ੍ਰੋਡਕਟ ਵੇਚਿਆ ਜਾ ਰਿਹਾ ਸੀ ਤਾਂ ਉਸ ਨੂੰ ਰੋਕ ਦਿੱਤਾ ਜਾਵੇ। ਇਸ ਦੇ ਨਾਲ ਹੀ ਜਿਨ੍ਹਾਂ ਨੇ ਇਸ ਨੂੰ ਖਰੀਦ ਲਿਆ ਪਹਿਲਾਂ ਤੋਂ ਉਹ ਜਾਂ ਇਸ ਨੂੰ ਸੁੱਟ ਦੇਵੋ ਜਾਂ ਫਿਰ ਉੱਥੇ ਹੀ ਜਾ ਕੇ ਵਾਪਸ ਕਰ ਦੇਵੋ ਜਿੱਥੇ ਤੋਂ ਇਹ ਖਰੀਦਿਆ ਸੀ। ਓਵਰ ਦ ਕਾਊਂਟਰ ਯਾਨੀ ਕਿ ਡਾਕਟਰ ਦੇ ਲਿਖੇ ਬਿਨਾਂ ਜਿਹੜੀਆਂ ਦਵਾਈਆਂ ਆਪ ਹੀ ਮਿਲ ਜਾਂਦੀਆਂ ਨੇ ਉਸ ਤਰ੍ਹਾਂ ਇਹ ਦਵਾਈ ਮਿਲਦੀ ਹੈ, ਜਿਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਦੇ ਵਿੱਚ ਇੱਕ ਅਜਿਹੇ ਕੈਮੀਕਲ ਦੀ ਮੌਜੂਦਗੀ ਪਾਈ ਗਈ ਹੈ ਜੋ ਕਿ ਸਿਹਤ ਲਈ ਹਾਨੀਕਾਰਕ ਕਾਫੀ ਜ਼ਿਆਦਾ ਸਾਬਤ ਹੋ ਸਕਦਾ ਹੈ, ਜਿਵੇਂ ਕਿ ਲੀਵਰ ਵੀ ਖਰਾਬ ਹੋ ਸਕਦਾ ਹੈ। ਜਿਸ ਦੇ ਵਿੱਚ ਨਾ ਸਿਰਫ ਇੱਕ ਪ੍ਰੋਡਕਟ ਹੈ ਇਸ ਕੰਪਨੀ ਦਾ, ਸਗੋਂ ਕਈ ਪ੍ਰੋਡਕਟ ਵਾਪਸ ਮੰਗਵਾਏ ਗਏ ਨੇ, ਜਿਸ ਦੇ ਵਿੱਚ ਇੱਕ ਤਾਂ ਐਕਸਟਰਾ ਸਟਰੈਂਥ ਟੋਟਲ ਸਿੰਪਟਮ ਰਿਲੀਫ ਸ਼ੂਗਰ ਫ੍ਰੀ, ਦੂਜਾ ਹੈ ਹੌਟ ਲੈਮਨ ਰਿਲੀਫ ਫॉर ਸਿੰਪਟਮਸ ਆਫ ਕੋਲਡ ਐਂਡ ਫਲੂ ਐਕਸਟਰਾ ਸਟਰੈਂਥ, ਅਗਲਾ ਹੈ ਹੌਟ ਲੈਮਨ ਰਿਲੀਫ ਫॉर ਸਿੰਪਟਮਸ ਆਫ ਕੋਲਡ ਐਂਡ ਫਲੂ ਰੈਗੂਲਰ ਸਟਰੈਂਥ, ਅਗਲਾ ਹੈ ਹੌਟ ਲੈਮਨ ਰਿਲੀਫ ਫॉर ਸਿੰਪਟਮਸ ਆਫ ਕਫ ਕੋਲਡ ਐਂਡ ਫਲੂ ਐਕਸਟਰਾ ਸਟਰੈਂਥ ਤੇ ਅਗਲਾ ਹੈ ਨਾਈਟ ਟਾਈਮ ਟੋਟਲ ਐਕਸਟਰਾ ਸਟਰੈਂਥ ਤੇ ਇੱਕ ਟੋਟਲ ਫਲੂ। ਇਹ ਪ੍ਰੋਡਕਟ ਨੇ ਜੋ ਕਿ ਇੱਕ ਸੂਚੀ ਤੁਹਾਨੂੰ ਅਸੀਂ ਸਕਰੀਨ ਦੇ ਉੱਤੇ ਵੀ ਦਿਖਾ ਰਹੇ ਹਾਂ। ਇਹਨਾਂ ਨੂੰ ਵਾਪਸ ਕਰ ਦੇਵੋ ਜੇਕਰ ਤੁਸੀਂ ਖਰੀਦਿਆ। ਕੈਨੇਡਾ ਸਰਕਾਰ ਨੇ ਨਵਾਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਰਾਹੀਂ ਵਿੱਤੀ ਮਦਦ ਦੇਸ਼ ਵਾਸੀਆਂ ਨੂੰ ਮਿਲ ਸਕੇਗੀ, ਉਹ ਤੁਹਾਨੂੰ ਦੱਸਦੇ ਹਾਂ। ਕੈਨੇਡਾ ਸਰਕਾਰ ਦੇ ਵੱਲੋਂ ਵਿੱਤੀ ਮਦਦ ਕੈਨੇਡਾ ਵਾਸੀਆਂ ਨੂੰ ਦੇਣ ਦੇ ਲਈ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜੋ ਕਿ ਪਿਛਲੇ ਸ਼ੁੱਕਰਵਾਰ ਨੂੰ ਹੋਂਦ ਵਿੱਚ ਆਇਆ ਸੀ। ਕੈਨੇਡਾ ਵਰਕਰ ਲੋਕਡਾਊਨ ਬੈਨੀਫਿਟ ਯਾਨੀ ਕਿ CWLB। ਇਹ ਪ੍ਰੋਗਰਾਮ ਕੁਝ ਉਸੇ ਤਰ੍ਹਾਂ ਹੈ ਜਿਵੇਂ ਕਿ CERB ਯਾਨੀ ਕਿ ਕੈਨੇਡੀਅਨ ਐਮਰਜੈਂਸੀ ਰਿਸਪੌਂਸ ਬੈਨੀਫਿਟ ਸ਼ੁਰੂ ਕੀਤਾ ਗਿਆ ਸੀ ਤੇ CRB ਕੈਨੇਡਾ ਰਿਕਵਰੀ ਬੈਨੀਫਿਟ ਸ਼ੁਰੂ ਕੀਤਾ ਗਿਆ ਸੀ। ਪਰ ਫਿਲਹਾਲ ਇਸ ਬੈਨੀਫਿਟ ਦੇ ਵਾਸਤੇ ਜੋ ਨਵਾਂ ਸ਼ੁਰੂ ਕੀਤਾ ਗਿਆ ਕੋਈ ਵੀ ਕੈਨੇਡਾ ਵਾਸੀ ਯੋਗਤਾ ਨਹੀਂ ਰੱਖਦਾ, ਕਿਉਂਕਿ ਇਸ ਦੀ ਯੋਗਤਾ ਦੇ ਵਾਸਤੇ ਇੱਕ ਮੁੱਖ ਸ਼ਰਤ ਇਹ ਹੈ ਕਿ ਇਹ ਉਹਨਾਂ ਦੇ ਵਾਸਤੇ ਮਦਦ ਹੋਵੇਗੀ ਵਿੱਤੀ ਪੱਧਰ ਦੇ ਉੱਤੇ ਜਿਹੜੇ ਖੇਤਰਾਂ ਦੇ ਵਿੱਚ ਲੋਕਡਾਊਨ ਲੱਗਿਆ ਹੋਇਆ ਹੈ, ਜਿਵੇਂ ਕਿ ਇਸ ਪ੍ਰੋਗਰਾਮ ਦਾ ਨਾਮ ਹੀ ਕੈਨੇਡਾ ਵਰਕਰ ਲੋਕਡਾਊਨ ਬੈਨੀਫਿਟ ਹੈ। ਪਰ ਕੈਨੇਡਾ ਵਿੱਚ ਇਸ ਸਮੇਂ ਕਿਸੇ ਵੀ ਥਾਂ ਦੇ ਉੱਤੇ ਲੋਕਡਾਊਨ ਨਹੀਂ ਲੱਗਿਆ ਹੋਇਆ, ਜਿਸ ਦੇ ਬਾਰੇ ਇਹ ਜਾਣਕਾਰੀ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ। ਅੱਗੇ ਵੀ ਜਿਵੇਂ ਕਿ ਹੁਣ ਕਿਆਸ ਲਗਾਏ ਜਾ ਰਹੇ ਨੇ ਕਿ ਕੋਵਿਡ-19 ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਸਖਤੀ ਹੋਰ ਜ਼ਿਆਦਾ ਹੋ ਰਹੀ ਹੈ। ਜੇਕਰ ਕਿਤੇ ਲੋਕਡਾਊਨ ਲੱਗੇ ਤਾਂ ਹੋ ਸਕਦਾ ਹੈ ਕਿ ਇਸ ਮਦਦ ਨੂੰ ਲਿਆ ਜਾ ਸਕਦਾ ਹੈ। ਕਾਮੇ ਜਿਨ੍ਹਾਂ ਦਾ ਆਰਜ਼ੀ ਤੌਰ ਦੇ ਉੱਤੇ ਕੋਵਿਡ-19 ਦੀ ਮਹਾਮਾਰੀ ਦੇ ਕਰਕੇ ਕੰਮ ਛੁੱਟ ਜਾਵੇ ਉਹਨਾਂ ਦੇ ਵਾਸਤੇ ਇਹ ਮਦਦ ਹੈ, ਪਰ ਉਹ ਕਾਮੇ ਹੀ ਇਸ ਮਦਦ ਨੂੰ ਲੈ ਸਕਣਗੇ ਜਿਨ੍ਹਾਂ ਦਾ ਖੇਤਰ ਲੋਕਡਾਊਨ ਦੇ ਕਰਕੇ ਪ੍ਰਭਾਵਿਤ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਜ਼ਾਰਾਂ ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਏ ਨੇ। 3 ਮੌਤਾਂ ਹੋਈਆਂ ਨੇ। ਵੀਕਐਂਡ ਦੇ ਬਾਰੇ ਜੋ ਅੰਕੜੇ ਸਿਹਤ ਅਧਿਕਾਰੀਆਂ ਨੇ ਦੱਸੇ ਨੇ, ਬ੍ਰਿਟਿਸ਼ ਕੋਲੰਬੀਆ ਤੋਂ ਅਧਿਕਾਰੀਆਂ ਨੇ ਪੂਰੇ ਵੀਕਐਂਡ ਦੇ ਜੋ ਅੰਕੜੇ ਦੱਸੇ ਨੇ ਉਸ ਦੇ ਵਿੱਚ 2550 3 ਦਿਨ ਦੇ ਵਿੱਚ ਨਵੇਂ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਵਿੱਚ 268 ਮਾਮਲੇ ਇੰਟੀਰੀਅਰ ਹੈਲਥ ਖੇਤਰ ਤੋਂ ਨੇ ਜੋ ਕਿ ਪਿਛਲੇ 3 ਦਿਨ ਦੇ ਅੰਕੜੇ ਨੇ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ 77 ਜਣੇ ਅਜਿਹੇ ਨੇ ਜਿਹੜੇ ਕਿ ਇਸ ਸਮੇਂ ICU ਦੇ ਵਿੱਚ ਮੌਜੂਦ ਨੇ ਤੇ ਜਦੋਂ ਤੋਂ ਕੋਵਿਡ-19 ਦੀ ਸ਼ੁਰੂਆਤ ਹੋਈ ਹੈ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ
2,28,335 ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ ਇਸ ਸਮੇਂ 5,435 ਮਾਮਲੇ ਐਕਟਿਵ ਨੇ। ਇਸ ਦੇ ਨਾਲ ਹੀ 185 ਜਣੇ ਇਸ ਸਮੇਂ ਹਸਪਤਾਲ ਦੇ ਵਿੱਚ ਭਰਤੀ ਨੇ। ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ 3 ਦਿਨਾਂ ਦੇ ਵਿੱਚ 3 ਕੋਵਿਡ-19 ਦੇ ਕਰਕੇ ਮੌਤਾਂ ਵੀ ਹੋਈਆਂ ਨੇ। ਇੱਕ ਮੰਦਿਰ ਦੇ ਸਾਬਕਾ ਪ੍ਰਧਾਨ ਤੇ ਨਾਲ ਹੀ ਸਾਬਕਾ ਟੈਕਸੀ ਡਰਾਈਵਰ ਦੀਪਕ ਸ਼ਰਮਾ ਨੂੰ ਅਦਾਲਤ ਵਿੱਚ ਕਿਵੇਂ ਅੱਗੇ ਸਜ਼ਾ ਹੋ ਸਕਦੀ ਹੈ, ਉਸ ਦੇ ਬਾਰੇ ਪੂਰੀ ਜਾਣਕਾਰੀ ਹੁਣ ਤੁਹਾਨੂੰ ਦੱਸਦੇ ਹਾਂ। ਐਬਸਫੋਰਡ ਦੇ ਵਿੱਚ ਮੰਦਿਰ ਦੇ ਸਾਬਕਾ ਪ੍ਰਧਾਨ ਤੇ ਨਾਲ ਹੀ ਜੋ ਟੈਕਸੀ ਡਰਾਈਵਰ ਵੀ ਸੀ ਦੀਪਕ ਸ਼ਰਮਾ, ਸਾਲ 2019 ਵਿੱਚ ਟੈਕਸੀ ਚਲਾਉਂਦੇ ਹੋਏ ਦੀਪਕ ਸ਼ਰਮਾ ਦੇ ਉੱਤੇ ਇੱਕ ਔਰਤ ਦੇ ਨਾਲ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ, ਜਿਸ ਤੋਂ ਬਾਅਦ ਅਦਾਲਤ ਵਿੱਚ ਇਸ ਮਾਮਲੇ ਦੀ ਜਿਵੇਂ ਕਿ ਸੁਣਵਾਈ ਚੱਲ ਰਹੀ ਹੈ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਦੋਵੇਂ ਪੱਖਾਂ ਤੋਂ ਵਕੀਲਾਂ ਤੋਂ ਜੋ ਸਲਾਹ ਮੰਗੀ ਗਈ ਤਾਂ ਕਰਾਊਨ ਕੌਂਸਲ ਦਾ ਕਹਿਣਾ ਹੈ ਕਿ ਦੀਪਕ ਸ਼ਰਮਾ ਨੂੰ 6 ਮਹੀਨੇ ਤੋਂ ਲੈ ਕੇ 8 ਮਹੀਨੇ ਤੱਕ ਲਈ ਜੇਲ੍ਹ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਨਾਲ ਹੀ 2 ਸਾਲ ਦੇ ਲਈ ਪ੍ਰੋਬੇਸ਼ਨ। ਪਰ ਉਧਰ ਦੀਪਕ ਸ਼ਰਮਾ ਦੇ ਵਕੀਲ ਦੇ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਉਸ ਨੂੰ 6 ਮਹੀਨੇ ਵਾਸਤੇ ਹਦਾਇਤਾਂ ਤੇ ਸਜ਼ਾ ਹੋਣੀ ਚਾਹੀਦੀ ਹੈ, ਯਾਨੀ ਕਿ ਉਹ ਇੱਕ ਸੀਮਤ ਖੇਤਰ ਦੇ ਵਿੱਚ ਰਹੇ 6 ਮਹੀਨੇ ਲਈ ਤੇ ਨਾਲ ਹੀ 1 ਸਾਲ ਦੇ ਲਈ ਪ੍ਰੋਬੇਸ਼ਨ। ਦੋਵੇਂ ਪੱਖਾਂ ਤੋਂ ਵਕੀਲਾਂ ਨੇ ਆਪਣੀ ਸਲਾਹ ਸ਼ੁੱਕਰਵਾਰ ਦਸੰਬਰ 17 ਨੂੰ ਨਾਰਥ ਵੈਨਕੂਵਰ ਪ੍ਰੋਵਿੰਸ਼ੀਅਲ ਕੋਰਟ ਦੇ ਵਿੱਚ ਜਮ੍ਹਾਂ ਕਰਵਾਈ, ਜਿੱਥੇ ਕਿ ਦੀਪਕ ਸ਼ਰਮਾ ਨੂੰ ਸਜ਼ਾ ਦੇ ਵਾਸਤੇ ਸੁਣਵਾਈ ਹੋਣੀ ਹੈ। ਦੀਪਕ ਸ਼ਰਮਾ, ਜਿਸ ਦੀ ਉਮਰ 62 ਸਾਲ ਹੈ, ਉਸ ਦੇ ਉੱਤੇ ਇਲਜ਼ਾਮ ਲੱਗਿਆ ਕਿ 2 ਜਨਵਰੀ ਸਾਲ 2019 ਨੂੰ ਜਦੋਂ ਉਹ ਟੈਕਸੀ ਚਲਾ ਰਿਹਾ ਸੀ ਰਾਤ ਦੇ ਸਮੇਂ ਵੈਸਟ ਵੈਨਕੂਵਰ ਦੇ ਵਿੱਚ, ਤਾਂ ਉਸ ਮੌਕੇ ਉਸਨੇ ਇੱਕ ਔਰਤ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ। ਜਦੋਂ ਸਵੇਰ ਦੇ 1 ਵਜੇ ਦੇ ਕਰੀਬ ਦਾ ਸਮਾਂ ਸੀ, 100 ਬਲਾਕ ਦੇ ਨੇੜੇ ਦਾ ਇਹ ਮਾਮਲਾ ਹੈ। ਜਦੋਂ ਉਹ ਔਰਤ ਆਪਣੀ ਦੋਸਤ ਦੀ ਉਡੀਕ ਕਰ ਰਹੀ ਸੀ, ਉਸਦੀ ਟੈਕਸੀ ਵਿੱਚ ਬੈਠੀ ਤਾਂ ਉਸ ਸਮੇਂ ਸ਼ਰਮਾ ਦੇ ਵੱਲੋਂ ਉਸ ਦੇ ਨਾਲ ਗਲਤ ਹਰਕਤਾਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਪੀੜਤ ਤੇ ਉਸਦੀ ਸਹੇਲੀ ਨੇ ਪੁਲਿਸ ਨੂੰ ਬੁਲਾਇਆ ਤੇ ਜਨਵਰੀ 17, 2019 ਨੂੰ ਦੀਪਕ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਉੱਤੇ ਮਾਮਲੇ ਦਰਜ ਹੋਏ, ਜਿਸ ਤੋਂ ਬਾਅਦ ਦੀਪਕ ਸ਼ਰਮਾ ਨੇ ਵੈਸਟ ਵੈਨਕੂਵਰ ਵਿੱਚ ਜੋ ਉਸ ਨੂੰ ਟੈਕਸੀ ਪਰਮਿਟ ਮਿਲਿਆ ਹੋਇਆ ਸੀ ਉਹ ਆਪ ਛੱਡ ਦਿੱਤਾ, ਕਿਉਂਕਿ ਇਸ ਸੰਬੰਧੀ ਉਸ ਨੂੰ ਚਿੱਠੀ ਮਿਲੀ ਸੀ। ਜਦੋਂ ਦੀਪਕ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਸਮੇਂ ਉਹ ਫਰੇਜ਼ਰ ਵੈਲੀ ਹਿੰਦੂ ਕਲਚਰਲ ਸੁਸਾਇਟੀ, ਜਿਸ ਸੁਸਾਇਟੀ ਦੇ ਵੱਲੋਂ ਐਬਸਫੋਰਡ ਦੇ ਵਿੱਚ ਮੰਦਿਰ ਨੂੰ ਚਲਾਇਆ ਜਾਂਦਾ ਹੈ, ਜੋ ਕਿ ਇੱਕੋ ਮੰਦਿਰ ਹੈ, ਉੱਥੇ ਉਸ ਦਾ ਪ੍ਰਧਾਨ ਸੀ। ਜਦੋਂ ਬੋਰਡ ਨੂੰ ਪਤਾ ਲੱਗਿਆ ਕਿ ਦੀਪਕ ਸ਼ਰਮਾ ਦੇ ਉੱਤੇ ਕੁਝ ਅਜਿਹੇ ਇਲਜ਼ਾਮ ਲੱਗੇ ਨੇ ਤਾਂ ਉਸ ਤੋਂ ਅਸਤੀਫਾ ਮੰਗਿਆ ਗਿਆ ਤੇ ਦੀਪਕ ਸ਼ਰਮਾ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਇਸ ਮੌਕੇ ਕਰਾਊਨ ਕੌਂਸਲ ਦਾ ਕਹਿਣਾ ਹੈ ਕਿ ਦੀਪਕ ਸ਼ਰਮਾ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ, ਕਿਉਂਕਿ ਉਹ ਟੈਕਸੀ ਡਰਾਈਵਰ ਦੇ ਵਜੋਂ ਜਦੋਂ ਕੰਮ ਕਰ ਰਿਹਾ ਸੀ ਤਾਂ ਉਹ ਅਜਿਹਾ ਕੰਮ ਹੁੰਦਾ ਹੈ ਜਦੋਂ ਭਾਈਚਾਰੇ ਦਾ ਵਿਸ਼ਵਾਸ ਕਾਫੀ ਜ਼ਿਆਦਾ ਹੁੰਦਾ ਹੈ ਤੇ ਉਸ ਵਿਸ਼ਵਾਸ ਨੂੰ ਜੋ ਠੇਸ ਪਹੁੰਚੀ ਹੈ ਉਸ ਵਾਸਤੇ ਦੀਪਕ ਸ਼ਰਮਾ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਤੇ ਜੇਕਰ ਉਸ ਨੂੰ ਜੇਲ੍ਹ ਹੋਵੇਗੀ ਤਾਂ ਬਾਕੀ ਟੈਕਸੀ ਡਰਾਈਵਰਾਂ ਨੂੰ ਇਸ ਤੋਂ ਇੱਕ ਸੰਦੇਸ਼ ਪਹੁੰਚੇਗਾ। ਤਾਂ ਉਧਰ ਦੀਪਕ ਸ਼ਰਮਾ ਦੇ ਵਕੀਲ ਰਾਜਦੀਪ ਬਸਰਾ ਦੇ ਵੱਲੋਂ ਕਿਹਾ ਗਿਆ ਹੈ ਕਿ ਉਸ ਨੂੰ ਕੰਡੀਸ਼ਨਲ ਸੈਂਟੈਂਸ ਹੋਣੀ ਚਾਹੀਦੀ ਹੈ, ਕਿਉਂਕਿ ਦੀਪਕ ਸ਼ਰਮਾ ਦੀ ਪਹਿਲਾਂ ਕੋਈ ਵੀ ਕ੍ਰਿਮੀਨਲ ਹਿਸਟਰੀ ਨਹੀਂ ਹੈ, ਜਿਸ ਲਈ ਇਹ ਵੀ ਦਾਅਵਾ ਕੀਤਾ ਗਿਆ ਕਿ ਦੀਪਕ ਸ਼ਰਮਾ ਨੂੰ ਆਪਣੇ ਕੀਤੇ ਦੇ ਉੱਤੇ ਕਾਫੀ ਜ਼ਿਆਦਾ ਸ਼ਰਮਿੰਦਗੀ ਹੈ। ਇਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਕੀ ਸਜ਼ਾ ਦੀਪਕ ਸ਼ਰਮਾ ਦੇ ਵਾਸਤੇ ਸੁਣਾਈ ਜਾਂਦੀ ਹੈ।